हाँ जी, सारिਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਮਹਿਕ ਸੰਧੂ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਮੇਰੇ ਚੈਨਲ ਦੇ ਵਿੱਚ ਇੱਕ ਨਵੀਂ ਸੋਚ। ਹਾਂਜੀ, ਅੱਜ ਅਸੀਂ ਫਿਰ ਇੱਕ ਨਵਾਂ ਵਲੌਗ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਏ ਹਾਂ। ਜੋ ਅੱਜ ਦਾ ਸਾਡਾ ਵਲੌਗ ਹੈ ਉਹ ਸਾਡਾ ਹੈ ਹਿਸਟਰੀ ਤੇ। ਜੋ ਹਿਸਟਰੀ ਆ ਉਹਦਾ ਅਸੀਂ ਟੌਪਿਕ ਚੁਣਿਆ ਇੱਕ ਮਹਾਨ ਯੋਧੇ ਬਾਰੇ। ਉਹ ਮਹਾਨ ਯੋਧਾ ਕੌਣ ਸੀ, ਕਿੱਥੋਂ ਦਾ ਰਾਜਾ ਸੀ ਤੇ ਉਹਨੇ ਬਹੁਤ ਸਾਰੀਆਂ ਜੰਗਾਂ ਨਹੀਂ ਉਹਨੇ ਲੋਕਾਂ ਦੇ ਦਿਲ ਜਿੱਤੇ ਸੀ। ਉਹ ਬਾਈ ਜੀ ਮਨਪ੍ਰੀਤ ਤੋਂ ਅਸੀਂ ਪੁੱਛਾਂਗੇ ਉਹ ਮਹਾਨ ਯੋਧਾ ਸੀ ਕੌਣ ਸੀ ਤੇ ਉਹਨੇ ਕਿਵੇਂ ਲੋਕਾਂ ਦੇ ਦਿਲ ਜਿੱਤੇ ਸੀ। ਹਾਂਜੀ ਬਾਈ, ਦੱਸੋ ਉਸ ਬਾਰੇ। ਪੰਜਾਬੀ ਦੇ ਉੱਘੇ ਲੇਖਕ ਅਤੇ ਪ੍ਰੋਫੈਸਰ ਨਰਿੰਦਰ ਸਿੰਘ ਕਪੂਰ ਕਹਿੰਦੇ ਨੇ ਕਿ ਮਹਾਨ ਬੰਦੇ ਪੈਦਾ ਹੀ ਨਹੀਂ ਹੁੰਦੇ ਬਲਕਿ ਪ੍ਰਗਟ ਹੁੰਦੇ ਨੇ। ਉਹਨਾਂ ਦੇ ਪ੍ਰਗਟਾਵੇ ਤੋਂ ਸਮੁੱਚੀ ਮਾਨਵਤਾ ਅਜਿਹੇ ਸੰਦੇਸ਼ ਲੈਂਦੀ ਆ, ਉਹਨਾਂ ਦੇ ਜੀਵਨ ਤੋਂ ਅਜਿਹੀ ਸਿੱਖਿਆ ਲੈਂਦੀ ਆ ਕਿ ਉਹ ਵੀ ਆਪਣੀਆਂ ਵੱਡੀਆਂ ਵੱਡੀਆਂ ਮੰਜ਼ਿਲਾਂ ਨੂੰ ਆਪਣੇ ਕਦਮਾਂ ਵਿੱਚ ਝੁਕਣ ਵਾਸਤੇ ਮਜਬੂਰ ਕਰ ਦਿੰਦੇ ਨੇ। ਸੋ ਅੱਜ ਗੱਲ ਕਰਾਂਗੇ ਉਸ ਮਹਾਨ ਅਜੀਤੂ ਬਾਰੇ ਜਿਸ ਨੂੰ ਦੁਨੀਆ ਦੀਆਂ ਸਾਰੀਆਂ ਹੀ ਯੂਨੀਵਰਸਿਟੀਆਂ ਨੇ ਪੜ੍ਹਾਇਆ ਹੈ, ਜੋ ਦਰਿਆ ਵਾਂਗ ਖੁੱਲ੍ਹਾ ਹੈ, ਮੈਦਾਨ ਵਾਂਗ ਸਰਲ ਹੈ, ਅਸਮਾਨ ਵਾਂਗ ਉੱਚਾ ਹੈ ਅਤੇ ਸਮੁੰਦਰ ਵਾਂਗ ਭਰਿਆ ਹੋਇਆ ਹੈ। ਜਿਸ ਨੇ ਆਪਣੀ ਬਾਦਸ਼ਾਹੀ ਧਰਤੀਆਂ ਨੂੰ ਜਿੱਤ ਕੇ ਹੀ ਨਹੀਂ ਕਾਇਮ ਕੀਤੀ, ਉਸ ਨੇ ਆਪਣੀ ਬਾਦਸ਼ਾਹੀ ਦਿਲਾਂ ਨੂੰ ਜਿੱਤ ਕੇ ਕਾਇਮ ਕੀਤੀ ਹੈ। ਉਸ ਨੇ ਦਿਲਾਂ ਨੂੰ ਜਿੱਤਿਆ ਹੈ। ਉਸ ਦਾ ਕਹਿਣਾ ਸੀ, ਉਸ ਅਜੀਤੂ ਦਾ ਕਹਿਣਾ ਸੀ ਕਿ ਰਾਜਿਆਂ ਦੇ ਲਿਬਾਸਾਂ ਵਿੱਚੋਂ ਸਿਉਣੇ ਚਾਹੀਦਾ ਹੈ, ਉਸ ਦੇ ਕਰੈਕਟਰ ਦੀ ਖੁਸ਼ਬੂ ਚਾਰੇ ਪਾਸੇ ਫੈਲੀ ਹੋਣੀ ਚਾਹੀਦੀ ਹੈ। ਸੋ ਅਸੀਂ ਗੱਲ ਕਰਾਂਗੇ ਅੱਜ ਉਸ ਮਹਾਨ ਅਜੀਤੂ ਬਾਰੇ ਜਿਸ ਦਾ ਨਾਮ ਹੈ ਸਿਕੰਦਰ ਮਹਾਨ। ਸੋ ਮੈਂ ਸੋਚਦਾ ਹੁੰਦਾ ਕਿ ਸਿਕੰਦਰ ਮਹਾਨ ਨਾਲ ਮਹਾਨ ਸ਼ਬਦ ਐਵੇਂ ਨਹੀਂ ਜੁੜਿਆ, ਕਿਤੇ ਨਾ ਕਿਤੇ ਉਸਨੇ ਇਹ ਸ਼ਬਦ ਨੂੰ ਖੱਟਿਆ ਹੈ ਆਪਣੀ ਬਾਦਸ਼ਾਹੀ ਨਾਲ, ਆਪਣੀਆਂ ਅਜੀਤੂ ਲੜਾਈਆਂ ਨਾਲ, ਆਪਣੀ ਡਿਟਰਮੀਨੇਸ਼ਨ ਨਾਲ। ਉਸਨੇ ਇਹ ਮਹਾਨ ਸ਼ਬਦ ਉਸਦੇ ਨਾਂ ਦਾ ਭਾਗ ਤਾਂ ਹੀ ਬਣਿਆ ਹੈ। ਸੋ ਅੱਜ ਜੇ ਇਤਿਹਾਸ ਦੀ ਗੱਲ ਕਰੀਏ ਤਾਂ ਘੱਟੋ ਘੱਟ 3 ਕਰੋੜ ਲੋਕਾਂ ਦਾ ਨਾਮ ਸਿਕੰਦਰ ਹੈ। ਸਿਕੰਦਰ ਦਾ ਨਾਮ ਹੀ ਜਿੱਤ ਹੋ ਗਿਆ ਸੀ ਤੇ ਸਿਕੰਦਰ ਨੂੰ ਹੀ ਜਿੱਤ ਸਮਝਿਆ ਗਿਆ ਸੀ। ਅੱਜ ਵੀ ਜਦੋਂ ਸਿਕੰਦਰ ਦਾ ਨਾਮ ਸਾਡੇ ਚਿਹਨ ਵਿੱਚ ਆਉਂਦਾ ਹੈ, ਆਪਣੇ ਦਿਮਾਗ ਵਿੱਚ ਆਉਂਦਾ ਹੈ ਤੇ ਸਿਕੰਦਰ ਦਾ ਕਰੈਕਟਰ ਸਾਡੇ ਸਾਹਮਣੇ ਆ ਜਾਂਦਾ ਹੈ। ਸੋ ਸਿਕੰਦਰ ਦੇ ਕਰੈਕਟਰ ਬਾਰੇ ਹੋਰ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਜਦੋਂ ਵੀ ਕੋਈ ਨਾ ਕੋਈ ਹਮਲਾਵਰ ਕਿਸੇ ਦੂਸਰੇ ਮੁਲਕ ਉੱਪਰ ਹਮਲਾ ਕਰਦਾ ਹੈ ਤਾਂ ਉੱਥੋਂ ਦੇ ਲੋਕਾਂ ਦੀ ਪ੍ਰਵਿਰਤੀ ਪ੍ਰਤੀ, ਲੋਕਾਂ ਦੀ ਮਾਨਸਿਕਤਾ ਉਸ ਪ੍ਰਤੀ ਨੈਗੇਟਿਵ ਹੋ ਜਾਂਦੀ ਹੈ। ਪਰ ਸਿਕੰਦਰ ਨੇ ਜਿੱਥੇ ਵੀ ਹਮਲਾ ਕੀਤਾ ਹੈ ਤਾਂ ਉਸਨੇ ਆਪਣੀ ਦਰਿਆਦਿਲੀ ਦਾ ਸਬੂਤ, ਆਪਣੀ ਬਾਦਸ਼ਾਹੀ ਦਾ ਸਬੂਤ ਜ਼ਰੂਰ ਦਿੱਤਾ ਹੈ। ਉਸਨੇ ਉਹ ਮਾਫ ਕਰਨ ਦੀ ਪ੍ਰਵਿਰਤੀ ਵਿੱਚ ਮਾਹਿਰ ਸੀਗਾ। ਸਿਕੰਦਰ ਨੇ ਜਿਸ ਵੀ ਰਾਜੇ ਉੱਪਰ ਹਮਲਾ ਕੀਤਾ ਤੇ ਉਸਦੇ ਪਰਿਵਾਰ ਨੂੰ ਪੂਰੀ ਸੁਰੱਖਿਆ ਦਿੱਤੀ ਅਤੇ ਉਹਨਾਂ ਦਾ ਪੂਰਾ ਮਾਣ ਸਨਮਾਨ ਕੀਤਾ। ਸਿਕੰਦਰ ਬਹਾਦਰਾਂ ਦੀ ਕਦਰ ਕਰਨ ਵਾਲਾ ਸੀ। ਉਹ ਖੁਦ ਬਹਾਦਰ ਸੀ। ਉਸ ਨੂੰ ਪਤਾ ਸੀ ਕਿ ਬਹਾਦਰੀ ਹੁੰਦੀ ਕੀ ਹੈ ਤੇ ਬਹਾਦਰੀ ਦੀ ਕਦਰ ਕਰਨੀ ਕਿਵੇਂ ਕਦਰ ਕਰਨੀ ਚਾਹੀਦੀ ਆ। ਜੋ ਵੀ ਰਾਜਾ ਉਸ ਨਾਲ ਲੜਿਆ ਸੋ ਉਸਨੇ ਉਸ ਦਾ ਪੂਰਾ ਮਾਣ ਸਨਮਾਨ ਕੀਤਾ ਤੇ ਜਿਸ ਨੇ ਵੀ ਉਸ ਦੀ ਹੀਨ ਮੰਨੀ ਉਸਨੇ ਆਪਣੀ ਦਰਿਆਦਿਲੀ ਦੇ ਨਾਲ ਉਸ ਨੂੰ ਉਸ ਦਾ ਸਾਮਰਾਜ ਵਾਪਸ ਕਰ ਦਿੱਤਾ। ਹਾਂਜੀ, ਅੱਜ ਦਾ ਪਹਿਲਾ ਸਵਾਲ ਸਿਕੰਦਰ ਦੇ ਪਿਛੋਕੜ ਬਾਰੇ। ਯੂਨਾਨ ਦੀ ਇੱਕ ਪ੍ਰਸਿੱਧ ਰਿਆਸਤ ਮਕਦੂਨੀਆ ਦੇ ਰਾਜੇ ਫਿਲਿਪ ਦੇ ਘਰ ਸਿਕੰਦਰ ਦਾ ਜਨਮ ਹੋਇਆ। ਉਹਨਾਂ ਦੇ ਪਿਤਾ ਦੀ ਭੂਮਿਕਾ ਬਾਰੇ ਉਹਨਾਂ ਦੇ ਪਿਤਾ ਜੀ ਨੇ ਜਦੋਂ ਸਿਕੰਦਰ 12 ਸਾਲ ਦਾ ਸੀ ਤਾਂ ਇੱਕ ਅਥਰੇ ਜੰਗੀ ਘੋੜੇ ਨੂੰ ਇਸਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਤਾਂ ਉਸ ਸਮੇਂ ਹੀ ਇਹਨਾਂ ਦੇ ਪਿਤਾ ਜੀ ਨੇ ਕਿਤੇ ਨਾ ਕਿਤੇ ਭਵਿੱਖਬਾਣੀ ਕਰਤੀ ਸੀ ਤੇ ਕਿਹਾ ਸੀ ਕਿ ਮਕਦੂਨੀਆ, ਇਹ ਸਿਕੰਦਰ ਮਕਦੂਨੀਆ ਦੀ ਰਿਆਸਤ ਬਹੁਤ ਛੋਟੀ ਹੈ, ਤੂੰ ਆਪਣੀ ਬਹਾਦਰੀ ਨਾਲ ਸਾਰੇ ਸੰਸਾਰ ਨੂੰ ਜਿੱਤ ਸਕਦਾ ਹੈ, ਸਾਰਾ ਸੰਸਾਰ ਤੇਰੀ ਉਮੀਦ ਕਰ ਰਿਹਾ ਹੈ। ਸਿਕੰਦਰ ਦੇ ਜੋ ਮਿੱਤਰ ਸਨ ਉਹ ਕੌਣ ਸਨ? ਇਤਿਹਾਸ ਨੂੰ ਪੜ੍ਹਨ ਤੇ ਇਹ ਪਤਾ ਚੱਲਿਆ ਹੈ ਕਿ ਸਿਕੰਦਰ ਦੇ 2 ਮਿੱਤਰ ਸਨ, ਹੈਪਹੈਸਟਨ ਅਤੇ ਕ੍ਰੇਟਰਸ। ਹੈਪਹੈਸਟਨ ਦੀ ਗੱਲ ਕਰੀਏ ਤਾਂ ਉਸ ਦੇ ਸ਼ਬਦਾਂ ਨੂੰ ਸਿਕੰਦਰ ਦੇ ਸ਼ਬਦ ਸਮਝਿਆ ਜਾਂਦਾ ਸੀ ਤੇ ਸਿਕੰਦਰ ਦੇ ਸ਼ਬਦਾਂ ਨੂੰ ਹੈਪਹੈਸਟਨ ਦੇ ਸ਼ਬਦ ਸਮਝਿਆ ਜਾਂਦਾ ਸੀ। ਬੋਡੀਆਂ ਚਾਹੇ ਇਹਨਾਂ ਦੀਆਂ 2 ਸਨ ਪਰ ਆਤਮਾ ਇਹਨਾਂ ਦੀ ਇੱਕ ਸੀ। ਹੈਪਹੈਸਟਨ ਸਿਕੰਦਰ ਦਾ ਮਿੱਤਰ ਸੀ ਤੇ ਦੂਸਰੇ ਦਾ ਨਾਮ ਸੀ ਕ੍ਰੇਟਰਸ ਜੋ ਸਿਕੰਦਰ ਬਾਦਸ਼ਾਹ ਦਾ ਮਿੱਤਰ ਸੀ। ਸਿਕੰਦਰ ਪਿਆਰ ਹੈਪਹੈਸਟਨ ਨੂੰ ਕਰਦਾ ਸੀ ਤੇ ਮਾਣ ਸਨਮਾਨ ਕ੍ਰੇਟਰਸ ਨੂੰ ਕਰਦਾ ਸੀ, ਕਿਉਂਕਿ ਕ੍ਰੇਟਰਸ ਇੱਕ ਯੂਨਾਨੀ ਸਭਿਅਤਾ ਦਾ ਨੁਮਾਇੰਦਾ ਸੀ। ਉਹ ਯੂਨਾਨੀ ਸਭਿਅਤਾ ਨੂੰ ਫੈਲਾਉਂਦਾ ਸੀਗਾ, ਉਸ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਸਿਕੰਦਰ ਦਾ ਸਾਥ ਦਿੰਦਾ ਸੀ, ਕਿਉਂਕਿ ਸਿਕੰਦਰ ਦਾ ਕਿਤੇ ਨਾ ਕਿਤੇ ਇਹ ਸੋਚਦਾ ਸੀ ਕਿ ਯੂਨਾਨੀ ਸਭਿਅਤਾ ਬਹੁਤ ਮਸ਼ਹੂਰ ਹੈ, ਸੋ ਇਸ ਦੇ ਚੰਗੇ ਕੰਮਾਂ ਨੂੰ ਦੁਨੀਆ ਦੇ ਵਿੱਚ ਜ਼ਰੂਰ ਫੈਲਾਇਆ ਜਾਵੇ। ਹਾਂਜੀ, ਸਾਡਾ ਅਗਲਾ ਸਵਾਲ ਹੈ ਉਹ ਕਿਹੜਾ ਰਾਜਾ ਸੀ ਜੋ ਪੋਰਸ ਵਾਂਗ ਲੜਿਆ ਸੀ? ਇਤਿਹਾਸ ਨੂੰ ਪੜ੍ਹਨ ਤੇ ਇਹ ਪਤਾ ਚੱਲਦਾ ਹੈ ਇੱਕ ਡੇਰੀਅਸ ਨਾਂ ਦਾ ਰਾਜਾ ਵੀ ਆਪਣੇ ਪੋਰਸ ਵਾਂਗ ਲੜਿਆ ਸੀਗਾ। ਜਦੋਂ ਡੇਰੀਅਸ ਤੇ ਸਿਕੰਦਰ ਦਾ ਆਪਸ ਵਿੱਚ ਮੁਕਾਬਲਾ ਹੋਣ ਲੱਗਿਆ ਤਾਂ ਡੇਰੀਅਸ ਨੇ ਸਿਕੰਦਰ ਸਾਹਮਣੇ ਇੱਕ ਪ੍ਰਸਤਾਵ ਪੇਸ਼ ਕੀਤਾ ਤੇ ਉਸ ਨੂੰ ਕਿਹਾ ਕਿ ਆਪਾਂ ਏਸ਼ੀਆ ਨੂੰ ਅੱਧਾ ਵੰਡ ਲੈਂਦੇ ਅਤੇ ਉਸ ਨੂੰ ਨਾਲ ਇਹ ਵੀ ਕਿਹਾ ਕਿ ਇਹ ਸਿਕੰਦਰ, ਜੇ ਮੈਂ ਸਿਕੰਦਰ ਹੁੰਦਾ ਤਾਂ ਮੈਂ ਇਸ ਪ੍ਰਸਤਾਵ ਨੂੰ ਮੰਨ ਲੈਂਦਾ। ਤਾਂ ਸਿਕੰਦਰ ਨੇ ਬਦਲੇ ਵਿੱਚ ਕਿਹਾ ਜੇ ਮੈਂ ਡੇਰੀਅਸ ਹੁੰਦਾ ਪਰ ਮੈਂ ਵੀ ਇਸ ਪ੍ਰਸਤਾਵ ਨੂੰ ਮੰਨ ਲੈਂਦਾ
ਤੇ ਮੈਂ ਵੀ ਏਸ਼ੀਆ ਨੂੰ ਅੱਧਾ ਵੰਡ ਲੈਂਦਾ, ਪਰ ਮੈਂ ਸਿਕੰਦਰ ਹਾਂ, ਮੈਂ ਡੇਰੀਅਸ ਨਹੀਂ। ਜਿਸ ਤਰ੍ਹਾਂ ਅਸਮਾਨ ਦੇ ਵਿੱਚ 2 ਸੂਰਜ ਨਹੀਂ ਹੋ ਸਕਦੇ, ਉਸੇ ਤਰ੍ਹਾਂ ਧਰਤੀ ਉੱਪਰ 2 ਬਾਦਸ਼ਾਹ ਨਹੀਂ ਹੋ ਸਕਦੇ। ਮੈਂ ਇਹ ਜਿੱਤ ਕੇ ਹੀ ਇਸ ਨੂੰ ਤੁਹਾਡੀ ਧਰਤੀ ਨੂੰ ਸਰ ਕਰਨਾ ਹੈ। ਮੈਂ ਤੁਹਾਡੇ ਪ੍ਰਸਤਾਵ ਨੂੰ ਠਕਰਾਉਂਦਾ ਹਾਂ। ਹਾਂਜੀ, ਸਾਡਾ ਅੱਜ ਦਾ ਅਗਲਾ ਸਵਾਲ, ਜੋ ਸਿਕੰਦਰ ਸੀ ਉਹ ਹਾਰੇ ਹੋਏ ਰਾਜਾ ਨਾਲ ਕਿੱਦਾਂ ਦਾ ਉਹਦਾ ਵਿਵਹਾਰ ਸੀ, ਇਹਦੇ ਬਾਰੇ ਸਾਨੂੰ ਦੱਸੋ। ਸਿਕੰਦਰ ਬਾਰੇ ਗੱਲ ਕਰੀਏ ਤਾਂ ਸਿਕੰਦਰ ਦਾ ਹਾਰਿਆ ਹੋਇਆ ਰਾਜਿਆਂ ਪ੍ਰਤੀ ਵਿਹਾਰ ਬਹੁਤ ਹੀ ਵਧੀਆ ਸਲੂਕ ਕਰਦਾ ਸੀ ਉਹ, ਕਿਉਂਕਿ ਉਹ ਬਹਾਦਰੀ ਨੂੰ ਜਾਣਦਾ ਸੀ, ਬਹਾਦਰੀ ਨੂੰ ਸਮਝਦਾ ਸੀ, ਲੜਨ ਵਾਲੇ ਦਾ ਸਤਿਕਾਰ ਕਰਦਾ ਸੀ, ਯੋਧਿਆਂ ਦਾ ਸਤਿਕਾਰ ਕਰਦਾ ਸੀ। ਜੇ ਕਿਸੇ ਰਾਜੇ ਦੀ ਲੜਾਈ ਦੇ ਵਿੱਚ ਡੈਥ ਹੋ ਜਾਂਦੀ ਸੀ ਤਾਂ ਉਸ ਦੇ ਪਰਿਵਾਰ ਨੂੰ ਉਹ ਪੂਰੀ ਸੁਰੱਖਿਆ ਦਿੰਦਾ ਸੀ, ਉਹਨਾਂ ਦਾ ਪੂਰਾ ਮਾਨ ਸਨਮਾਨ ਕਰਦਾ ਸੀ। ਇੱਕ ਵਾਰ ਦੀ ਗੱਲ ਹੈ, ਇੱਕ ਲੜਾਈ ਦੇ ਵਿੱਚ ਇੱਕ ਦੇਸ਼ ਦਾ ਰਾਜਾ ਮਾਰਿਆ ਗਿਆ ਤਾਂ ਉਸਨੇ ਉਸਦੇ ਪਰਿਵਾਰ ਨਾਲ ਇੰਨਾ ਚੰਗਾ ਸਲੂਕ ਕੀਤਾ, ਉਸਦੀ ਪਤਨੀ ਨਾਲ ਸਿਕੰਦਰ ਨੇ ਇੰਨਾ ਵਧੀਆ ਸਲੂਕ ਕੀਤਾ ਕਿ ਉਹ ਆਪਣੀ ਸਵੈ ਇੱਛਾ ਦੇ ਨਾਲ ਸਿਕੰਦਰ ਦੀ ਪਹਿਲੀ ਪਤਨੀ ਬਣੀ। ਜੋ ਸਿਕੰਦਰ ਦਾ ਘੋੜਾ ਸੀ ਉਹਦੇ ਬਾਰੇ ਜੋ ਇਤਿਹਾਸ ਉਹ ਕੋਈ ਦੱਸੋ। ਸਿਕੰਦਰ ਦਾ ਇੱਕ ਘੋੜਾ ਸੀ, ਉਹ ਸਿਕੰਦਰ ਬਿਨਾਂ ਨਹੀਂ ਸਾਰਦਾ ਸੀ ਤੇ ਸਿਕੰਦਰ ਉਹਦੇ ਬਿਨਾਂ ਨਹੀਂ ਸਾਰਦਾ ਸੀ। ਉਹ ਘੋੜਾ ਹੋਰ ਕਿਸੇ ਨੂੰ ਵੀ ਪ੍ਰਵਾਨ ਨਹੀਂ ਸੀ ਤੇ ਘੋੜਾ ਵੀ ਕਿਸੇ ਨੂੰ ਪ੍ਰਵਾਨ ਨਹੀਂ ਕਰਦਾ ਸੀ। ਉਸ ਘੋੜੇ ਦਾ ਨਾਂ ਸੀ ਜਿਹਲਮ। ਇੱਕ ਵਾਰ ਦੀ ਗੱਲ, ਜਦੋਂ ਜਿਹਲਮ ਦੀ ਡੈਥ ਹੋ ਗਈ ਤਾਂ ਸਿਕੰਦਰ ਨੇ ਇੰਡੀਆ ਦੇ ਇੱਕ ਦਰਿਆ ਦਾ ਨਾਂ ਹੀ ਜਿਹਲਮ ਰੱਖ ਦਿੱਤਾ, ਜੋ ਅੱਜ ਵੀ ਉਹ ਜੋ ਅੱਜ ਵੀ ਵੀ ਨਾਮ। ਜੋ ਅੱਜ ਵੀ ਹਾਂਜੀ, ਸਾਡਾ ਅੱਜ ਦਾ ਆਖਰੀ ਸਵਾਲ ਇਸ ਵਲੋਗ ਵਿੱਚ ਉਹ ਹੈ, ਕੋਰਸ ਸਿਕੰਦਰ ਕੋਰਸ ਨਾਲ ਕਿਵੇਂ ਲੜੇ। ਜਦੋਂ ਸਿਕੰਦਰ ਨੇ ਭਾਰਤ ਨੂੰ ਜਿੱਤਣ ਦੀ ਗੱਲ, ਜਦੋਂ ਸਿਕੰਦਰ ਦੇ ਦਿਮਾਗ ਦੇ ਵਿੱਚ ਭਾਰਤ ਨੂੰ ਜਿੱਤਣ ਦੀ ਗੱਲ ਆਈ ਤਾਂ ਭਾਰਤ ਵੱਲ ਹਮਲਾ ਕਰਨ ਲਈ ਤੁਰ ਪਿਆ ਤਾਂ ਉਸਨੇ ਕੋਰਸ ਨੂੰ ਇੱਕ ਪ੍ਰਸਤਾਵ ਭੇਜਿਆ ਕਿ ਮੈਨੂੰ ਆ ਕੇ ਮਿਲ, ਮੈਨੂੰ ਨਜ਼ਰਾਨੇ ਭੇਟ ਕਰ, ਮੇਰੀ ਈਨ ਮੰਨ। ਵਾਰ-ਵਾਰ ਪ੍ਰਸਤਾਵ ਭੇਜਣ ਤੇ ਵੀ ਕੋਰਸ ਨੇ ਸਿਕੰਦਰ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਤੇ ਪ੍ਰਸਤਾਵ ਨੂੰ ਠੁਕਰਾ ਦਿੱਤਾ। ਅੰਤਲੇ ਸਮੇਂ ਲਾਸਟ ਵਾਰਨਿੰਗ ਦਿੰਦੇ ਹੋਏ ਸਿਕੰਦਰ ਨੇ ਕੋਰਸ ਨੂੰ ਫਿਰ ਸੁਨੇਹਾ ਭੇਜਿਆ ਕਿ ਆ ਕੇ ਮੈਨੂੰ ਮਿਲ, ਸਰਹੱਦ ਉੱਪਰ ਮੈਂ ਤੇਰੀ ਵੇਟ ਕਰ ਰਿਹਾ, ਮੇਰੀ ਈਨ ਮੰਨ, ਮੈਨੂੰ ਪ੍ਰਸਤਾਵ, ਮੈਨੂੰ ਭੇਟਾਂ ਭੇਟ ਕਰ, ਮੈਨੂੰ ਨਜ਼ਰਾਨੇ ਭੇਟ ਕਰ, ਮੈਂ ਤੇਰੇ ਉੱਤੇ ਹਮਲਾ ਨਹੀਂ ਕਰਾਂਗਾ। ਪਰ ਕੋਰਸ ਨੇ ਜਵਾਬ ਦਿੱਤਾ ਕਿ ਮੈਂ ਹੁਣ ਤੈਨੂੰ ਮਿਲਾਂਗਾ ਤਾਂ ਜੰਗ ਦੇ ਮੈਦਾਨ ਵਿੱਚ ਨਹੀਂ ਮਿਲਾਂਗਾ, ਮੈਂ ਤੇਰੀ ਈਨ ਨਹੀਂ ਮੰਨਾਂਗਾ। ਸੋ ਅੰਤਲੇ ਸਮੇਂ ਇਹਨਾਂ ਦੋਨਾਂ ਦਾ ਯੁੱਧ ਹੋਇਆ। ਯੁੱਧ ਕੋਰਸ ਹਾਰ ਗਿਆ, ਪਰ ਕੋਰਸ ਨੇ ਆਪਣੀ ਕਾਬਲੀਅਤ ਦੇ ਨਾਲ, ਆਪਣੇ ਕਰੈਕਟਰ ਦੇ ਨਾਲ ਸਿਕੰਦਰ ਉੱਪਰ ਇਹ ਛਾਪ ਛੱਡੀ ਕਿ ਸਿਕੰਦਰ ਉਸ ਨੂੰ ਉਸਦਾ ਰਾਜ ਪ੍ਰਬੰਧ ਵਾਪਸ ਕਰਨ ਲਈ ਮਜਬੂਰ ਹੋ ਗਿਆ। ਆਪਸੀ ਸਵਾਲਾਂ ਜਵਾਬਾਂ ਦੇ ਵਿੱਚ ਜਦੋਂ ਕੋਰਸ ਤੇ ਸਿਕੰਦਰ ਆਮਣੇ ਸਾਹਮਣੇ ਹੋਏ ਤਾਂ ਸਿਕੰਦਰ ਨੇ ਉਸ ਨੂੰ ਕਿਹਾ ਕਿ ਤੇਰੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਵੇ ਤਾਂ ਕੋਰਸ ਨੇ ਜਵਾਬ ਦਿੱਤਾ ਕਿ ਜਿਵੇਂ ਇੱਕ ਬਾਦਸ਼ਾਹ ਦੂਜੇ ਬਾਦਸ਼ਾਹ ਨਾਲ ਕਰਦਾ ਹੈ। ਇਹ ਆਨਸਰ ਸੁਣ ਕੇ ਸਿਕੰਦਰ ਬਹੁਤ ਖੁਸ਼ ਹੋਇਆ, ਕਿਉਂਕਿ ਉਹ ਜਾਣਦਾ ਸੀ ਕਿ ਇੱਕ ਬਹਾਦਰ ਕੀ ਹੁੰਦਾ ਹੈ ਤੇ ਇੱਕ ਯੋਧਾ ਕੀ ਹੁੰਦਾ, ਕੀ ਉਸ ਦੀ ਸੋਚ ਹੁੰਦੀ ਹੈ, ਕਦੇ ਵੀ ਕੁਝ ਮੰਗ ਨਹੀਂ ਸਕਦਾ। ਉਸ ਤੋਂ ਬਾਅਦ ਦੂਜਾ ਸਵਾਲ ਉਸਨੇ ਕੀਤਾ ਕਿ ਹੋਰ ਤੈਨੂੰ ਕੀ ਬਖਸ਼ਿਆ ਜਾਵੇ, ਤੈਨੂੰ ਕੀ ਦਿੱਤਾ ਜਾਵੇ ਤਾਂ ਕੋਰਸ ਨੇ ਜਵਾਬ ਦਿੱਤਾ, ਮੇਰੇ ਪਹਿਲੇ ਜਵਾਬ ਦੇ ਵਿੱਚ ਹੀ ਸਾਰਾ ਕੁਝ ਆ ਗਿਆ ਤੇ ਉਸ ਨੂੰ ਹੀ ਅੰਤਿਮ ਸਮਝਿਆ ਜਾਵੇ। ਤਾਂ ਇਸ ਤੋਂ ਖੁਸ਼ ਹੋ ਕੇ ਕੋਰਸ ਨੇ ਉਸ ਦਾ ਰਾਜ ਦਾ ਵਾਪਸ ਕਰਨਾ ਹੀ ਸੀ, ਉਸ ਦੇ ਨਾਲ ਹੋਰ ਵੀ ਇਲਾਕੇ ਜੋੜ ਕੇ ਕੋਰਸ ਨੂੰ ਵਾਪਸ ਕਰ ਦਿੱਤਾ। ਇਹ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਇੱਕ ਵਾਰ ਸਿਕੰਦਰ ਬਹੁਤ ਬਿਮਾਰ ਹੋ ਗਿਆ। ਜਦੋਂ ਉਸ ਦਾ ਵੈਦ ਉਸ ਦਾ ਇਲਾਜ ਕਰ ਰਿਹਾ ਸੀ ਤਾਂ ਕਿਸੇ ਨੇ ਇੱਕ ਪਰਚੀ ਉਸ ਨੂੰ ਦਿੱਤੀ, ਉਸ ਉੱਪਰ ਲਿਖਿਆ ਸੀ ਕਿ ਇਸ ਦੀ ਦਵਾਈ ਵਿੱਚ ਜ਼ਹਿਰ ਹੈ। ਤਾਂ ਉਹ ਸਿਕੰਦਰ ਨੇ ਪਰਚੀ ਉਸ ਵੈਦ ਨੂੰ ਉਸ ਦੇ ਅੱਗੇ ਰੱਖ ਦਿੱਤੀ ਤਾਂ ਵੈਦ ਨੇ ਸਿਕੰਦਰ ਨੂੰ ਕਿਹਾ ਕਿ ਜਦੋਂ ਤੈਨੂੰ ਪਤਾ ਹੀ ਹੈ ਕਿ ਮੇਰੀ ਦਵਾਈ ਵਿੱਚ ਜ਼ਹਿਰ ਹੈ ਤਾਂ ਤੂੰ ਕਿਉਂ ਖਾਣਾ ਹੈ। ਤਾਂ ਸਿਕੰਦਰ ਨੇ ਜਵਾਬ ਦਿੱਤਾ ਕਿ ਜੇ ਤੂੰ ਜ਼ਹਿਰ ਮੇਰੇ ਸਾਹਮਣੇ ਵੀ ਮਿਲਾਇਆ ਹੁੰਦਾ ਤਾਂ ਮੈਂ ਉਸ ਨੂੰ ਖਾ ਜਾਂਦਾ, ਕਿਉਂਕਿ ਮੈਨੂੰ ਤੇਰੇ ਤੇ ਬਹੁਤ ਵਿਸ਼ਵਾਸ ਹੈ। ਸਿਕੰਦਰ ਇੱਕ ਡਿਟਰਮੀਨੇਸ਼ਨ ਦਾ ਸਰੋਤ ਸੀ, ਸਿਕੰਦਰ ਇੱਕ ਬਹਾਦਰੀ ਦਾ ਸਰੋਤ ਸੀ, ਸਿਕੰਦਰ ਇੱਕ ਮਿਹਨਤ ਦਾ ਸਰੋਤ ਸੀਗਾ, ਸਿਕੰਦਰ ਇੱਕ ਦਰਿਆਦਿਲੀ ਦਾ ਸਰੋਤ ਸੀਗਾ। ਇਹ ਹੈ ਸਿਕੰਦਰ ਯੁੱਧ ਪ੍ਰਵਿਰਤੀ ਦਾ ਬਹੁਤ ਮਾਰ ਸੀ। ਇੱਕ ਫੈਸਲਾਕੁੰਨ ਲੜਾਈ ਤੋਂ ਬਾਅਦ ਉਹ ਆਪਣੇ ਘੋੜਸਵਾਰਾਂ ਨੂੰ ਅੱਗੇ ਕਰ ਦਿੰਦਾ ਹੁੰਦਾ ਸੀ ਤੇ ਘੋੜਸਵਾਰ ਉਸ ਦੀ ਜਿੱਤ ਨੂੰ। ਸਿਕੰਦਰ ਭਾਸ਼ਣ ਦੇਣ ਦੀ ਕਲਾ ਵਿੱਚ ਬਹੁਤ ਮਾਰ ਸੀ। ਉਹ ਡਿੱਗੇ ਪਏ ਸੈਨਿਕਾਂ ਦੇ ਵਿੱਚ ਵੀ ਜ਼ਰੂਰ ਫੂਕ ਦਿੰਦਾ ਸੀ। ਇੱਕ ਵਾਰ ਦੀ ਗੱਲ ਹੈ ਕਿ ਲੜਾਈਆਂ ਲੜ ਕੇ ਵਿਅਰਥ ਹੋਏ ਜੇ ਪਿੱਛੇ ਮੁੜਨ ਦੀ ਸੋਚ ਰਹੇ ਸੈਨਿਕ ਸਿਕੰਦਰ ਨੂੰ ਲਾਂਭੇ ਦੇ ਰਹੇ ਸਨ। ਸਭ ਤੋਂ ਵੱਧ ਪਰੇਸ਼ਾਨੀ ਪਾਣੀ ਦੀ ਹੋ ਰਹੀ ਸੀ। ਪਿਆਸ ਨਾਲ ਉਹਨਾਂ ਦੇ ਸੈਨਿਕ ਮਰ ਰਹੇ ਸਨ। ਨੇੜੋਂ ਜਦੋਂ ਉਹਨਾਂ ਦੇ ਸੈਨਿਕਾਂ ਨੇ ਪਾਣੀ ਦਾ ਪ੍ਰਬੰਧ ਕੀਤਾ ਅਤੇ
ਪਹਿਲਾ ਪਿਆਲਾ ਜਦੋਂ ਸਿਕੰਦਰ ਨੂੰ ਭੇਟ ਕੀਤਾ ਤਾਂ ਸਿਕੰਦਰ ਨੇ ਉਸ ਪਿਆਲੇ ਨੂੰ ਪੀਣ ਤੋਂ ਨਾ ਕਰ ਦਿੱਤੀ ਅਤੇ ਕਿਹਾ ਕਿ ਇਹ ਸਭ ਤੋਂ ਪਹਿਲਾਂ ਪਾਣੀ ਦੇ ਹੱਕਦਾਰ ਮੇਰੇ ਸੈਨਿਕ ਨੇ। ਇਹਨਾਂ ਸੈਨਿਕਾਂ ਨੂੰ ਪਾਣੀ ਪਿਆਇਆ ਜਾਵੇ। ਜਦੋਂ ਇਹਨਾਂ ਦੀ ਪਿਆਸ ਮਰ ਗਈ ਜਾਂ ਮਿਟ ਗਈ ਤਾਂ ਉਸ ਤੋਂ ਬਾਅਦ ਮੈਂ ਪਿਆਲਾ ਪੀਵਾਂ, ਉਸ ਤੋਂ ਬਾਅਦ ਮੈਂ ਪਾਣੀ ਪੀਵਾਂਗਾ। ਅਜਿਹੀ ਗੱਲ ਸੁਣ ਕੇ ਤਾਂ ਉਹਨਾਂ ਦੇ ਸੈਨਿਕ ਖੜੇ ਹੋ ਗਏ ਤੇ ਕਹਿਣ ਲੱਗੇ ਜੇ ਤੇਰੇ ਵਰਗਾ ਆਗੂ, ਤੇਰੇ ਵਰਗਾ ਰਾਜਾ ਸਾਡਾ ਆਗੂ ਹੈ ਤਾਂ ਅਸੀਂ ਕਦੇ ਨਹੀਂ ਪਿੱਛੇ ਮੁੜਾਂਗੇ। ਚੱਲ ਸਿਕੰਦਰ ਕੰਨਿਆ ਦਾ ਅਸੀਂ ਤੇਰੇ ਨਾਲ ਹਾਂ। ਸੋ ਅਜਿਹੀ ਪ੍ਰਵਿਰਤੀ ਸੀ, ਅਜਿਹੇ ਭਾਸ਼ਣ ਦੇਣ ਦੀ ਕਲਾ ਵਿੱਚ ਸਿਕੰਦਰ ਬਹੁਤ ਮਾਹਰ ਸੀ। ਸਿਕੰਦਰ ਦੇ ਅੰਤਿਮ ਸਮੇਂ ਦੀ ਗੱਲ ਕਰੀਏ ਤਾਂ ਸਿਕੰਦਰ ਨੇ ਆਪਣੇ ਲਾਸਟ ਸਮੇਂ ਵਾਸਤੇ ਕਹਿਣਾ ਕੀਤਾ। ਉਸਨੇ ਕਿਹਾ ਕਿ ਜਦੋਂ ਮੇਰੀ ਅਰਥੀ ਜਾਵੇ ਤਾਂ ਮੇਰੀ ਅਰਥੀ ਨੂੰ ਮੋਢੇ ਮੇਰੇ ਬੈਠ ਕੇ ਤਾਂ ਕਿ ਪਤਾ ਲੱਗ ਸਕੇ ਕਿ ਮੌਤ ਨਿਸ਼ਚਿਤ ਹੈ, ਮੌਤ ਤੋਂ ਕੋਈ ਨਹੀਂ ਬਚ ਸਕਦਾ ਜਾਂ ਮੌਤ ਤੋਂ ਕੋਈ ਵੀ ਨਹੀਂ ਬਚਾ ਸਕਦਾ। ਉਸਨੇ ਦੂਜੀ ਮੰਗ ਰੱਖੀ ਕਿ ਜਦੋਂ ਉਸ ਕਬਰਿਸਤਾਨ ਤੱਕ ਸਾਰੇ ਰਸਤੇ ਉੱਪਰ ਸੋਨੇ ਚਾਂਦੀ ਦੇ ਗਹਿਣੇ ਖਿਡਾ ਦਿੱਤੇ ਜਾਣ ਤੇ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ। ਉਸਨੇ ਤੀਜੀ ਮੰਗ ਰੱਖੀ ਕਿ ਅਰਥੀ ਤੋਂ ਬਾਅਦ ਜਦੋਂ ਮੈਨੂੰ ਅਰਥੀ ਉੱਪਰ ਲਟਾਇਆ ਜਾਵੇ ਤਾਂ ਮੇਰੇ ਹੱਥ ਬਾਹਰ ਰੱਖੇ ਜਾਣ ਤਾਂ ਲੋਕਾਂ ਨੂੰ ਪਤਾ ਲੱਗੇ ਕਿ ਸੰਸਾਰ ਦਾ ਜੇਤੂ ਇੱਕ ਬਾਦਸ਼ਾਹ ਵੀ ਖਾਲੀ ਹੱਥ ਜਾ ਰਿਹਾ ਹੈ। ਸੋ ਸਿਕੰਦਰ ਨੂੰ ਵੀ ਕਿਤੇ ਨਾ ਕਿਤੇ ਕੁਝ ਗਿਲੇ ਸ਼ਿਕਵੇ ਸੀਗੇ ਕਿ ਮੈਂ ਧਰਤੀਆਂ ਜਿੱਤਦਾ ਰਿਹਾ ਪਰ ਲੋੜ ਆਪਣੇ ਆਪ ਨੂੰ ਜਿੱਤਣ ਦੀ ਸੀ। ਹਾਂਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਸਾਰਾ ਵਲੌਗ ਦੇਖਿਆ, ਤੁਸੀਂ ਸਾਨੂੰ ਬਹੁਤ ਪਿਆਰ ਦਿੰਦੇ ਹੋ। ਇੱਦਾਂ ਹੀ ਸਾਡੇ ਵਲੌਗ ਨੂੰ ਤੁਸੀਂ ਪਿਆਰ ਦਿੰਦੇ ਰਹੋ, ਸਾਡੇ ਚੈਨਲ ਨੂੰ ਪਿਆਰ ਕਰਦੇ ਰਹੋ।